ਸੋ ਜਿਹੜਾ ਅਸਾਈਲਮ ਸੀਕਰ ਆ ਉਹ ਆਪਣੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਉਹ ਸ਼ਾਰਪ ਕਰ ਸਕਦਾ ਆ, ਕਿੱਥੇ ਉਹ ਜ਼ਿਆਦਾ ਧਿਆਨ ਦੇਵੇ ਤਾਂ ਜੋ ਉਹ ਬਾਕੀਆਂ ਦੇ ਨਾਲੋਂ ਜੱਜ ਨੂੰ ਜਿਹੜਾ ਉਹ ਲੱਗੇ ਵੀ ਇਹਦਾ ਕੇਸ ਦੇ ਵਿੱਚ ਇਹਨੂੰ ਵਾਕਿਆ ਪ੍ਰੋਬਲਮ ਆ, ਇੱਥੇ ਹੁਣ ਵੀ ਖਤਰਾ ਹੈ, ਅਤੇ ਜੇ ਉਹ ਵਾਪਸ ਜਾਊਗਾ ਤਾਂ ਵੀ ਉਹਨੂੰ ਖਤਰਾ ਆ। ਕਿਹੜੀਆਂ ਚੀਜ਼ਾਂ ਦਾ, ਚਾਹੇ ਉਹ ਡਿਮੀਨਰ ਆ, ਕੱਪੜੇ ਆ, ਇੱਥੇ ਦਾ ਕੰਮ ਕਰ ਰਿਹਾ ਆ, ਕਿੱਥੇ ਕਿੱਥੇ ਜਾ ਰਿਹਾ ਹੈ, ਉਹ ਸਾਰੀਆਂ ਚੀਜ਼ਾਂ ਦਾ ਜੇ ਤੁਸੀਂ ਐਕਸਪਲੇਨ ਕਰੋ ਵੀ ਉਹ ਕਿੱਥੇ ਆਪਣੇ ਆਪ ਨੂੰ ਹੋਰ ਸ਼ਾਰਪ ਕਰ ਸਕਦਾ, ਉਹ ਕਿੱਥੇ ਕਿੱਥੇ ਫੋਕਸ ਕਰੇ ਉਹ ਜ਼ਿਆਦਾ। ਡਿਮੀਨਰ ਹੁੰਦਾ ਕਿ ਬੰਦੇ ਦਾ ਜਿਹੜਾ ਕਿੱਦਾਂ ਰਵੱਈਆ ਉਹਦਾ ਹੋਣਾ ਚਾਹੀਦਾ। ਸੋ ਓਬਵੀਅਸਲੀ ਨਰਮ ਸੁਭਾਅ ਹੋਣਾ ਚਾਹੀਦਾ। ਆਕੜ ਤਾਂ ਕਰ ਨਹੀਂ ਸਕਦੇ, ਇਹ ਜੱਜ ਹੈਗੇ ਆ, ਰਿਫਿਊਜੀ ਤੁਸੀਂ ਐਜ਼ ਆਏ ਆ, ਤੇ ਹੰਬਲ ਹੋ ਕੇ ਜਿਹੜਾ ਹੱਥ ਜੋੜ ਕੇ ਤੁਹਾਡੀ ਅਰਦਾਸ ਆ, ਹੈ ਨਾ, ਤੇ ਸਿੰਪਲ ਐਜ਼ ਦੈਟ, ਹੈ ਨਾ। ਜੱਜ ਜਿਹੜਾ ਹੈਗਾ, ਤੁਸੀਂ ਕਹਿੰਦੇ ਆ ਕਿ ਇਕੁਆਲਿਟੀ ਆ, ਸਾਰੇ ਬੰਦੇ ਇਕੁਅਲ ਹੁੰਦੇ ਆ, ਪਰ ਇਸ ਕੇਸ ਦੇ ਵਿੱਚ ਉਹਨਾਂ ਨੂੰ ਪੋਜੀਸ਼ਨ ਆਫ ਪਾਵਰ ਦਿੱਤੀ ਹੋਈ ਆ, ਉਹਨਾਂ ਨੂੰ ਅਥਾਰਟੀ ਆ, ਉਹ ਕਲਮ ਚਲਾ ਕੇ ਆਪਣੇ ਸਿਗਨੇਚਰ ਮਾਰ ਕੇ ਤੁਹਾਡੀ ਜਿਹੜੀ ਜ਼ਿੰਦਗੀ ਉਹ ਚੇਂਜ ਕਰ ਸਕਦੇ ਆ, ਹੈ ਨਾ। ਤੇ ਜੱਜਾਂ ਦੇ ਆਪਣੇ ਆਪਣੇ ਰਵੱਈਏ ਆ, ਉਹਨਾਂ ਦੇ ਆਪਣੇ ਆਪਣੇ ਲਾਈਫ ਫੈਕਟਰਸ ਆ, ਤੇ ਉਹ ਸਾਰੇ ਨੂੰ ਜੇ ਤੁਸੀਂ ਸਮਰਾਈਜ਼ ਜੇ ਆਪਾਂ ਕਰਨਾ ਹੋਵੇ ਤਾਂ ਇਹ ਹੈ ਕਿ ਹੰਬਲ ਰਹੋ। ਜਦੋਂ ਕੋਰਟ ਦੇ ਵਿੱਚ ਜਾਓ ਤਾਂ ਸਾਹਮਣੇ ਅੱਖਾਂ 'ਚ ਅੱਖਾਂ ਪਾ ਕੇ ਜੱਜ ਨਾਲ ਗੱਲ ਕਰੋ। ਜੇ ਕੰਪਿਊਟਰ ਮੁਰੇ ਆ ਤਾਂ ਸਕਰੀਨ ਵੱਲ ਵੇਖੋ, ਇੱਧਰ ਉੱਧਰ ਨਹੀਂ ਦੇਖਣਾ, ਥੱਲੇ ਨਹੀਂ ਵੇਖਣਾ। ਤੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਬੰਦੇ ਆਪਣੇ ਜਿੱਦਾਂ ਹੱਥ ਜਿੱਦਾਂ ਇੱਕ ਹੱਥ ਦੂਜੇ ਹੱਥ ਨਾਲ ਆਪਣਾ ਕੁਛ ਨਾ ਕੁਛ ਕਰੀ ਜਾਂਦੇ, ਹੈ ਨਾ, ਹਿਲਾਈ ਜਾਂਦੇ। ਸੋ ਇੱਦਾਂ ਕਿ ਕਾਮ ਡਾਊਨ ਹੋ ਕੇ ਬਹਿਣਾ, ਨਰਵਸ ਜਿਹਾ ਨਹੀਂ ਉੱਥੇ ਲੱਗਣਾ ਕਿੱਦਾਂ। ਤੇ ਸਿੰਪਲ ਜਿੱਦਾਂ ਹੱਥ ਆਰਾਮ ਨਾਲ ਟੇਬਲ ਤੇ ਰੱਖ ਕੇ ਸਟ੍ਰੇਟ ਜਿੱਦਾਂ ਕਾਮਲੀ ਜਿਹੜੀ ਆਪਣੀ ਇੰਟਰਵਿਊ ਦੇਣੀ ਆ। ਤੇ ਇੱਕ ਉਹ ਕਹਿੰਦੇ ਆ ਇਵੇਸਿਵ ਆ, ਰਿਸਪੌਂਸਿਵ ਆ, ਇਰਰਿਸਪੌਂਸਿਵ ਆ। ਤੇ ਰਿਸਪੌਂਸਿਵਨੈਸ ਤੇ ਇਵੇਸਿਵਨੈਸ ਇਹ ਆ ਕਿ ਜਦੋਂ ਤੁਹਾਨੂੰ ਕੋਈ ਸਵਾਲ ਪੁੱਛਿਆ ਤੁਸੀਂ ਸਵਾਲ ਦਾ ਜਵਾਬ ਦੇਣਾ। ਜਦੋਂ ਉਹਨਾਂ ਨੇ ਪੁੱਛਿਆ ਕਿ ਤੂੰ ਗਿਆ ਸੀ ਕਿ ਨਹੀਂ ਗਿਆ ਸੀਗਾ, ਹੁਣ ਉਹਦਾ ਆਨਸਰ ਹੋਣਾ ਚਾਹੀਦਾ ਹਾਂ ਜਾਂ ਨਾ, ਤੇ ਫਿਰ ਉਹ ਅੱਗੇ ਬੰਦਾ ਆਪਣੀ ਐਕਸਪਲੇਨੇਸ਼ਨ ਦੇ ਸਕਦਾ। ਇਵੇਸਿਵ ਦਾ ਮਤਲਬ ਹੁੰਦਾ ਕਿ ਬੰਦਾ ਉਹਦੇ ਹਾਂ ਜਾਂ ਨਾ ਕੀਤੇ ਤੋਂ ਬਿਨਾਂ ਨਾ ਬੰਦਾ ਬੰਦਾ ਇਦਾਂ ਕਰੇ ਕਿ ਮੈਨੂੰ ਸਵਾਲ ਗਲਤ ਪੁੱਛ ਲਿਆ, ਮੈਂ ਆਪਣੇ ਹਿਸਾਬ ਨਾਲ ਜਵਾਬ ਦੇਣਾ। ਠੀਕ ਸੋ ਹੈ। ਇਦਾਂ ਬਹੁਤ ਲੋਕੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜਦੋਂ ਉਹਨਾਂ ਨੂੰ ਕੋਈ ਸਵਾਲ ਪੁੱਛਿਆ, ਉਹਨਾਂ ਨੇ ਕਹਿਣਾ ਕਿ ਚੱਲ ਮੈਂ ਆਪਣੇ ਹਿਸਾਬ ਨਾਲ ਨਾ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕਰਦਾ, ਤੇ ਉਹਨੂੰ ਜੱਜ ਕਹਿੰਦਾ ਕਿ ਇਵੇਸਿਵ ਆ। ਜੱਜ ਇੱਕ ਅੱਧੀ ਵਾਰੀ ਕਹਿੰਦਾ, ਫਿਰ ਹਟ ਜਾਂਦਾ, ਹੈ ਨਾ। ਫਿਰ ਤੁਹਾਡੇ ਅਗੇਂਸਟ ਜਿਹੜੀ ਚੀਜ਼ ਚੱਲ ਜਾਂਦੀ ਆ, ਰੈਕਡ 'ਚ ਤੁਹਾਡੇ ਅਗੇਂਸਟ ਚੱਲ ਜਾਂਦੀ ਹੈ। ਤੁਹਾਨੂੰ ਸ਼ਾਇਦ ਉੱਥੇ ਨਹੀਂ ਸਮਝ ਲੱਗਣੀ। ਜੇ ਕੇਸ ਦਾ ਡਿਨਾਇਲ ਹੋਵੇ ਡਿਸੀਜਨ ਦਾ, ਤੇ ਉਹਦੇ ਵਿੱਚ ਉਹ ਜੱਜ ਪਾ ਕੇ ਦਿੰਦਾ ਕਿ ਇਹਦਾ ਆਉਲੀ ਜਗ੍ਹਾ ਤੇ ਜਿਹੜਾ ਜਵਾਬ ਸੀਗਾ ਇਵੇਸਿਵ ਸੀਗਾ, ਕਿ ਇਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਸਵਾਲ ਦਾ ਮੇਰਾ ਜਵਾਬ ਨਹੀਂ ਦੇ ਰਿਹਾ ਸੀਗਾ, ਹੈ ਨਾ। ਤੇ ਮੈਂ ਹੁਣ ਜਿਹੜਾ ਪੁੱਛਾਂ ਕਿ ਤੇਰੇ ਆਖਰੀ ਵਾਰੀ ਤੇਰੇ ਘਰੇ ਕਦੋਂ ਗਏ, ਉਹਨੇ ਕੋਈ ਡੇਟ ਦੱਸੀ, ਮੈਂ ਪੁੱਛਾਂ ਉਹ ਤੋਂ ਪਹਿਲਾਂ ਕਦੋਂ ਗਏ, ਜਾਂ ਤਾਂ ਉਹਦਾ ਜਵਾਬ ਹੈ ਕਿ ਇੰਨੀ ਤਰੀਕ ਨੂੰ ਗਏ, ਜਾਂ ਉਹਦਾ ਜਵਾਬ ਹੈ ਮੈਨੂੰ ਪਤਾ ਨਹੀਂ। ਹੁਣ ਬੰਦਾ ਉਹਨੂੰ ਗੋਲਮੋਲ ਕਰੀ ਜਾਵੇ ਕਿ ਨਹੀਂ 2-3 ਵਾਰੀ ਜਾਂਦੇ ਆ, 2-3 ਵਾਰੀ ਜਾਂਦੇ ਆ, ਹੈ ਨਾ। ਤਾਂ ਜੱਜ ਨੇ ਕਹਿਣਾ ਤੂੰ ਇਵੇਸਿਵ ਹੋਣ ਆ। ਤੇ ਦੂਸਰੀ ਗੱਲ ਆ ਜਿਹੜਾ ਬੋਲਣ ਦਾ ਤਰੀਕਾ ਬੰਦੇ ਦਾ, ਉਹ ਜਿਹੜੀ ਮੇਨ ਚੀਜ਼ ਆ। ਕਈ ਵਾਰੀ ਬੰਦੇ ਦੀ ਕਿਸਮਤ ਚੰਗੀ ਹੁੰਦੀ ਆ, ਇੰਟਰਪ੍ਰੇਟਰ ਵੀ ਜਿਹੜੇ ਵਿੱਚ ਆਉਂਦੇ ਆ ਕਈ ਵਾਰੀ ਬਹੁਤ ਵਧੀਆ ਆਉਂਦੇ ਆ। ਸਾਨੂੰ ਪਤਾ ਕਿ ਪੂਰਾ ਉਹਨਾਂ ਨੇ ਇਮੋਸ਼ਨ ਪਾ ਕੇ ਹਰੇਕ ਚੀਜ਼ ਜਿਹੜੀ ਦੱਸਣੀ ਆ। ਤੇ ਆਪਣੇ ਕਈ ਵਾਰੀ ਇੰਟਰਪ੍ਰੇਟਰ ਹੁੰਦੇ, ਕਾਪੀ ਲੈ ਕੇ ਆਉਂਦੇ, ਤੁਸੀਂ ਉਹਨਾਂ ਨੂੰ 5-6 ਲਾਈਨਾਂ ਵੀ ਇਕੱਠੀਆਂ ਦੱਸਦੇ ਆ, ਉਹ ਸਮਰੀ ਕਰਕੇ ਲਿਖ ਕੇ ਟਰਾਂਸਲੇਟ ਕਰ ਦਿੰਦੇ ਆ। ਤੇ ਕਈ ਵਾਰੀ ਇਦਾਂ ਦਾ ਤੁਹਾਨੂੰ ਇੰਟਰਪ੍ਰੇਟਰ ਮਿਲ ਜਾਂਦਾ, ਬੜੀ ਵਾਰੀ ਹੋਇਆ, ਬੰਦਾ ਕਰ ਕੁਛ ਨਹੀਂ ਸਕਦਾ ਉਹਦੇ ਵਿੱਚ ਨਾ, ਕਿ ਪਹਿਲਾਂ ਸਹੀ ਚੱਲਦਾ, ਵਿੱਚ ਜਾ ਕੇ ਨਾ ਇੰਟਰਪ੍ਰੇਟਰ, ਸਪੈਸ਼ਲੀ ਜਿਹਨਾਂ ਦੀ ਉਮਰ ਜ਼ਿਆਦਾ ਕਈਆਂ ਦੀ ਹੋ ਗਈ ਹੈ ਨਾ, ਜਾਂ ਲੈਂਗੁਏਜ ਨੂੰ, ਤੇ ਕਈਆਂ ਨੂੰ ਤਾਂ ਇੰਟਰਪ੍ਰੇਟਰ ਹੋਣਾ ਨਹੀਂ ਚਾਹੀਦਾ, ਜਿਹੜੇ ਇੰਟਰਪ੍ਰੇਟਰ ਬਣੇ ਆ। ਤੇ ਉਹਨਾਂ ਨੇ ਜਿਹੜਾ ਨਾ ਖਿਜਣ ਜੇ ਲੱਗ ਪੈਂਦੇ, ਉਹਨਾਂ ਨੂੰ ਪਤਾ ਜੱਜ ਨੇ ਨਾ, ਉਹ ਦੇਖਦੇ ਕਿ ਜੱਜ ਜਦੋਂ ਕਲਾਇੰਟ ਨੂੰ ਝਿੜਕ ਜੀ ਮਾਰਨ ਲੱਗ ਪਿਆ, ਕਲਾਇੰਟ ਨੂੰ ਦੱਬਣ ਜਿਹਾ ਲੱਗ ਪਿਆ ਕਿ ਤੂੰ ਜਵਾਬ ਨਹੀਂ ਦਿੰਦਾ, ਉਹ ਵੀ ਭੂਏ ਚੜ ਜਾਂਦੇ ਇੰਟਰਪ੍ਰੇਟਰ। ਉਹ ਵੀ ਜਿੱਦਾਂ ਭਾਵੇਂ ਹੁੰਦੇ ਆਪਣੇ ਮੁਲਕ ਦੇ ਹੀ ਆ, ਤੇ ਉਹ ਜਿਹੜਾ ਨਾ ਉਹ ਚੀਜ਼ ਦਾ ਫਾਇਦਾ ਜਿਹਾ ਚੱਕਣ ਲੱਗ ਪੈਂਦੇ ਕਿ ਛੋਟਾ ਛੋਟਾ ਦੱਸ, ਏਦਾਂ ਕਰ ਉੱਦਾਂ ਕਰ। ਕਈ ਵਾਰੀ ਨਾ ਬੰਦੇ ਦਾ ਜਿਹੜਾ ਬੋਲਣ ਦਾ ਤਰੀਕਾ, ਕਿ ਹੁਣ ਬੰਦਾ ਇੱਕ ਲਹਿ 'ਚ ਬੋਲਦਾ, ਉਹਨੂੰ ਜਦੋਂ 10 ਵਾਰੀ ਤੋੜ ਦਿੱਤਾ ਜਾਵੇ ਤਾਂ ਬੰਦਾ ਕਈ ਵਾਰੀ ਨਾ ਬੋਲ ਨਹੀਂ ਪਾਉਂਦਾ। ਸਹੀ ਹੈ। ਉਹ ਜਿਹੜੀ ਚੀਜ਼ ਆ, ਹੁਣ ਉਹਨੂੰ ਤੁਸੀਂ ਕਿੱਦਾਂ ਕਰਨਾ ਕਿ ਤੁਸੀਂ ਆਪਣੇ ਇੰਟਰਪ੍ਰੇਟਰ ਨੂੰ ਸਮਝਣਾ, ਆਪਣਾ ਇੰਟਰਪ੍ਰੇਟਰ ਕਿੱਦਾਂ ਦਾ। ਜੇ ਤਾਂ ਬਾਹਲਾ ਮਾੜਾ ਹੋਊਗਾ, ਉਹ ਤਾਂ ਚਲੋ ਤੁਹਾਡਾ ਵਕੀਲ ਆਬਜੈਕਟ ਕਰ ਦੂਗਾ, ਪਰ ਜ਼ਿਆਦਾਤਰ ਇੰਟਰਪ੍ਰੇਟਰ ਆਪਣਾ ਜੇ ਲੰਬੀਆਂ ਸੈਂਟੈਂਸਸ ਨਹੀਂ ਉਹ ਟਰਾਂਸਲੇਟ ਕਰ ਸਕਦਾ। ਸੋ ਮੇਨ ਚੀਜ਼ ਆਈ ਹੈ, ਡਜ਼ਨਟ ਮੈਟਰ ਤੁਹਾਡਾ ਵਕੀਲ ਕੌਣ ਆ, ਤੁਸੀਂ ਕੌਣ ਆ, ਮੈਟਰ ਇਹ ਕਰਦਾ ਕਿ ਜੱਜ ਨੂੰ ਟਰਾਂਸਲੇਟ ਹੋ ਕੇ ਕੀ ਗਿਆ, ਤੁਹਾਡਾ ਚਾਹੀਦਾ ਨਹੀਂ ਕਿ ਉਹ ਕੋ ਪਹੁੰਚਿਆ ਕਿ ਜੱਜ ਦੇ ਕੰਨੀ ਕੀ ਪਿਆ।
ਸੋ ਜਿਹੜਾ ਤੁਸੀਂ ਆ ਇੰਟਰਪ੍ਰੇਟਰ ਨੂੰ ਜੇ ਉਹ ਲਾਈਨਾਂ ਨਹੀਂ ਯਾਦ ਰੱਖ ਸਕਦਾ, ਤੁਸੀਂ ਉਹਨਾਂ ਨੂੰ ਅੱਧੀ ਲਾਈਨ ਇੱਕ ਲਾਈਨ ਕਰਕੇ ਦੱਸੋ ਕਿ ਮੈਂ ਇੰਨੀ ਤਰੀਕ ਨੂੰ ਉੱਥੇ ਗਿਆ ਸੀਗਾ, ਉਹਨੇ ਟ੍ਰਾਂਸਲੇਟ ਕਰਨਾ, ਉਦੋਂ ਮੈਂ ਮੋਟਰਸਾਈਕਲ ਤੇ ਸੀਗਾ, ਫੇ ਮੈਂ ਆਪਣੇ ਦੋਸਤ ਦੇ ਨਾਲ ਸੀਗਾ, ਹਨਾ। ਸੋ ਇਦਾਂ ਛੋਟੇ ਵਰਡ ਜਿਹੜੇ ਕਰਕੇ ਦੱਸੋ ਕਿ ਤਾਂ ਕਿ ਉਹ ਜਿਹੜੀ ਟ੍ਰਾਂਸਲੇਸ਼ਨ ਤੁਹਾਡੀ ਜਿਹੜੀ ਐਕੂਰੇਟ ਹੋ ਸਕੇ। ਸੋ ਕਈ ਵਾਰੀ ਕੀ ਹੁੰਦਾ ਕਿ ਬੰਦਾ ਵੀ ਘਬਰਿਆ ਹੁੰਦਾ ਤੇ ਉਹ ਜਦੋਂ ਜਾ ਕੇ ਬਹਿੰਦਾ ਕੁਰਸੀ ਦੇ ਉੱਤੇ, ਹੌਟ ਸੀਟ ਦੇ ਉੱਤੇ, ਉਹ ਫਿਰ ਨਾ ਕਈ ਵਾਰੀ ਇੰਟਰਪ੍ਰੇਟਰ ਹੱਥ ਕਰੀ ਜਾਂਦਾ ਅੱਗੇ, ਰੁਕ ਜਾ, ਉਹ ਅੱਗੇ ਬੋਲੀ ਜਾਂਦਾ ਤੇ ਉਹਨੂੰ ਲੱਗਦਾ ਸ਼ਾਇਦ ਮੇਰੀ ਗੱਲ ਸੁਣਨੀ ਨਹੀਂ। ਜੱਜ ਕਈ ਵਾਰੀ, ਇੱਕ ਸਾਡਾ ਕੇਸ ਸੀਗਾ, ਜੱਜ 3-4 ਵਾਰੀ ਕਿਹਾ, ਕਹਿੰਦਾ ਮੈਂ ਤਾਂ ਕਹਿੰਦਾ ਕੇਸ ਬੰਦ ਕਰ ਦੇਣਾ, ਕਹਿੰਦਾ ਜਿੱਦਾਂ ਦਾ ਹੈਗਾ। ਅੱਛਾ। ਤੇ ਕਲਾਇੰਟ ਵੀ ਲੋੜ ਨਾਲੋਂ ਜ਼ਿਆਦਾ ਬੋਲਦਾ ਹੈਗਾ, ਇੰਟਰਪ੍ਰੇਟਰ ਦੀ ਵੀ, ਦੋਨਾਂ ਦੀ ਮੰਨ ਲਓ ਸਾਂਝੀ ਗਲਤੀ ਸੀਗੀ। ਦੋਨਾਂ ਚੋਂ ਜਾਂ ਤਾਂ ਸੀਗਾ ਇੰਟਰਪ੍ਰੇਟਰ ਕਹਿ ਦੇਵੇ ਕਿ ਚੱਲ ਯਾਰ ਬੰਦਾ ਇਦਾਂ ਦਾ, ਮੈਂ ਨੋਟਸ ਲੈ ਲਵਾਂ, ਇੰਟਰਪ੍ਰੇਟਰ ਵੀ ਢੀਠ ਕਿ ਨਹੀਂ, ਇੱਕ ਲਾਈਨ ਹੋਣੀ ਹੈ, ਮੈਂ ਉਹੀ ਟ੍ਰਾਂਸਲੇਟ ਕਰਨੀ ਹੈ, ਹਨਾ। ਅੱਛਾ। ਤੇ ਕਲਾਇੰਟ ਵੀ ਅੱਗੋਂ ਲੋੜ ਨਾਲੋਂ ਵੱਧ ਗੋਲ ਮੋਲ ਕਰਕੇ ਜਿਹੜਾ ਜਵਾਬ ਦੇਣ ਦਿਆ ਸੀਗਾ, ਲੰਬੇ ਜਵਾਬ, ਹਨਾ। ਜੱਜ ਵੀ ਕਹਿੰਦਾ ਹਾਂ ਜਾਂ ਨਾ ਚ ਬੋਲਣਾ ਵਾ, ਜੱਜ ਨੇ ਉਹਨੂੰ ਹਾਂ ਜਾਂ ਨਾ ਕਵੇ, ਉਹ ਤਾਂ ਵੀ ਨਾ ਹਾਂ ਜਾਂ ਨਾ ਚ ਕਵੇ। ਜੱਜ ਨੂੰ ਕਵੇ ਕਿ ਤੇਰੇ ਵਕੀਲ ਨੇ ਪੁੱਛ ਲੈਣਾ ਤੈਨੂੰ ਦੁਬਾਰਾ, ਉਦੋਂ ਤੂੰ ਵਿਆਖਿਆ ਕਰੀ, ਤੈਨੂੰ ਸਰਕਾਰੀ ਵਕੀਲ ਨੇ ਪੁੱਛਿਆ ਸਵਾਲ, ਤੈਨੂੰ ਉਹਦਾ ਜਵਾਬ ਜਿਹੜਾ ਦੇਣਾ ਪੈਣਾ ਹਾਂ ਜਾਂ ਨਾ ਚ। ਤੇ ਉਹ ਹਾਂ ਜਾਂ ਨਾ ਦੀ ਜਗ੍ਹਾ ਉਹ ਬੰਦਾ ਬਾਰ-ਬਾਰ ਅੱਗੇ ਜਿਹੜਾ ਜਵਾਬ ਦੇ ਰਿਹਾ ਸੀਗਾ। ਸੋ ਇਦਾਂ ਆਪਣਾ ਜਿਹੜਾ ਇੰਟਰਪ੍ਰੇਟਰ ਨੂੰ ਸਮਝਣਾ। ਤੇ ਕਈ ਵਾਰੀ ਆਪਾਂ ਦੇਖਦੇ, ਸੌਰੀ ਮੈਂ ਤੁਹਾਨੂੰ ਵਿੱਚੇ ਕੱਟ ਰਿਹਾ, ਕਦੀ ਚਾਂਸ ਆਇਆ ਵੀ ਤੁਹਾਨੂੰ ਇੰਟਰਪ੍ਰੇਟਰ ਚੇਂਜ ਕਰਾਉਣਾ ਪਿਆ ਕਿਸੇ ਕੇਸ ਦੇ ਵਿੱਚ? ਹਾਂਜੀ, ਬੜੀ ਵਾਰੀ, ਬਹੁਤ ਵਾਰੀ ਹੋਇਆ ਵਾ। ਹਾਂਜੀ, ਆਪਣਾ ਜਿਹੜਾ ਚੇਂਜ ਦਾ ਨਾ, ਇਦਾਂ ਕਈ ਵਾਰੀ ਇੰਟਰਪ੍ਰੇਟਰ ਕੋਲ ਹੁੰਦੀ ਨਹੀਂ ਨੌਲੇਜ। ਜਿੱਦਾਂ ਹੁਣ ਉਰਦੂ ਵਾਲਾ ਬੰਦਾ ਪੰਜਾਬੀ ਟ੍ਰਾਂਸਲੇਟ ਕਰਨ ਲੱਗਾ, ਉਹ ਧੱਕੇ ਨਾਲ ਹੀ ਆ ਗਿਆ, ਧੱਕੇ ਨਹੀਂ ਜਿੱਦਾਂ ਆ ਜਾਂਦੇ ਆ ਨਾ। ਤੇ ਕਈ ਇਦਾਂ ਦੇ ਹੁੰਦੇ ਆ। ਤੇ ਇਹਦੇ ਵਿੱਚ ਹੁਣ ਮੇਨ ਜਿਹੜੀ ਚੀਜ਼ ਆ ਕਿ ਰੱਟਾ ਕੀ ਹੁੰਦਾ? ਰੱਟਾ ਹੁੰਦਾ ਕਿ ਜਿਹਦਾ ਕੇਸ ਨਕਲੀ ਹੈ ਬੰਦੇ ਦਾ, ਉਹ ਰੱਟਾ ਲਾਂਦਾ, ਜਿੰਨਾ ਅਸਲੀ ਹੋਇਆ ਉਹਨੇ ਜਵਾਬ ਦੇਣੇ ਸਿੱਧੇ। ਤੁਹਾਨੂੰ ਉਦਾਹਰਨ ਦਿੰਦਾ, ਉਦਾਹਰਨ ਸ਼ਾਇਦ ਕਿਸੇ ਨੂੰ ਸਮਝ ਆ ਜਾਵੇ। ਸੋ ਬੰਦੇ ਦੇ ਮੰਨ ਲਓ ਕਿਸੇ ਦੇ ਬਿਆਨ ਚੱਲ ਰਹੇ, ਉਹਨੇ ਕਹਿਣਾ ਅੱਛਾ ਕਿਹੜਾ ਦਿਨ ਸੀਗਾ, ਇੰਨੀ ਤਰੀਕ ਸੀਗੀ, ਕਿੱਥੇ ਸੀਗਾ ਤੂੰ ਉਦਣ ਮੈਂ ਆਹ ਇਵੈਂਟ ਤੋਂ ਸੀਗਾ ਜਾਂ ਆ ਰਿਹਾ ਸੀਗਾ, ਕਿੰਨੇ ਰੋਕਿਆ ਤੈਨੂੰ, ਕੀ ਕਾਹਦਾ ਇਵੈਂਟ ਸੀਗਾ, ਉਹਨੇ ਦੱਸਤਾ ਆਪਣਾ ਆਹ ਚੀਜ਼ ਦਾ ਇਵੈਂਟ ਸੀਗਾ। ਹੁਣ ਉਹਨੂੰ ਬੰਦੇ ਨੇ ਪੁੱਛਿਆ ਕਿ ਕਿਹਨੇ ਤੈਨੂੰ ਰੋਕਿਆ, ਉਹਨੇ ਕਹਿਣਾ ਇੰਨੇ ਜਾਣੇ ਰੋਕਿਆ। ਤੇ ਉਹਨੂੰ ਫਿਰ ਮੰਨ ਲਓ ਬੰਦੇ ਨੇ ਪੁੱਛਿਆ ਕਿ ਕੀ ਕਿਹਾ ਉਹਨਾਂ ਨੇ ਤੈਨੂੰ, ਤੇ ਹੁਣ ਬੰਦੇ ਨੇ ਦੱਸਣਾ ਚਾਹੀਦਾ ਸਿੱਧੇ ਕਿ ਕੀ ਕਿਹਾ। ਉਹ ਹੁਣ ਦੱਸਣ ਲੱਗ ਪਿਆ ਉਦਣ ਇੰਨੀ ਤਰੀਕ ਸੀਗੀ, ਮੈਂ ਇਵੈਂਟ ਲਾ ਕੇ ਆ ਰਿਹਾ ਸੀਗਾ, ਫਿਰ ਮੇਰੇ ਕੋਲ ਆ ਕੇ ਦੁਬਾਰਾ ਗੱਡੀ ਰੁਕੀ ਤੇ ਫਿਰ ਉਹਨਾਂ ਨੇ ਮੈਨੂੰ ਆਹ ਕਿਹਾ। ਤੇ ਉਹ ਜਿੱਦਾਂ ਨਾ ਹੁਣ ਜੱਜ ਜਿਹੜਾ ਵਿੱਚ ਸਵਾਲ ਪੁੱਛਦਾ, ਉਹ ਪੁੱਛਦਾ ਕਿ ਯਾਰ ਸਵਾਲ ਤੇਰੇ ਕੋਲ ਮੈਂ ਪੁੱਛਿਆ, ਦੱਸ ਤੇਰੇ ਪੁਆਇੰਟ। ਸਵਾਲ ਵੀ ਪੁੱਛਿਆ ਕਿ ਉਹਨਾਂ ਨੇ ਕਿਹਾ ਕਿ ਤੂੰ ਸਾਰੇ ਦੱਸਣ ਲੱਗ ਪਿਆ ਕਿ ਇੱਥੋਂ ਗੱਡੀ ਆ ਕੇ ਰੁਕੀ, ਏਦਾਂ ਹੋਇਆ ਓਦਾਂ ਹੋਇਆ। ਤੇ ਜਿਹੜਾ ਸਵਾਲ ਸੀਗਾ ਕਿ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਬਿਆਨਾਂ 'ਚ 4 ਲਾਈਨਾਂ ਲਿਖੀਆਂ ਕਿ ਏਦਾਂ ਕਿਹਾ। ਜਿਹੜਾ ਹੁਣ ਜੱਜ ਨੂੰ ਦੱਸਿਆ ਉਹਦੇ ਵਿੱਚ ਗੱਡੀ ਗੁੱਡੀ ਸਾਲਾ ਦੱਸਦਾ, ਤੇ ਜਿਹੜਾ ਕਿਹਾ ਕਿ ਉਹ 'ਚ ਜਿਹੜਾ ਸੀਗਾ 75% ਖਾ ਗਿਆ ਬੰਦਾ, ਹਨਾ। ਠੀਕ ਹੈ। ਤੇ ਉਹਦੇ ਵਿੱਚ ਜੱਜ ਨੇ ਕੁਝ ਨਹੀਂ ਕਰਨਾ। ਜੱਜ ਨੇ ਇੱਕ ਵਾਰੀ ਉਹ ਕਹਿ ਦਊਗਾ ਚਲੋ ਜ਼ਿਆਦਾ ਤੋਂ ਜ਼ਿਆਦਾ ਕਿ ਸਹੀ ਦੱਸ, ਆਪਣਾ ਜੋ ਪੁੱਛਿਆ ਉਹਨਾਂ ਦੱਸ। ਪਰ ਜੇ ਨਹੀਂ ਦੱਸੂਗਾ ਤਾਂ ਫਿਰ ਉਹ ਬੰਦੇ ਦੇ ਅਗੇਂਸਟ ਜਾਊਗਾ ਤੇ ਬਿਆਨ ਉਹਦੇ ਫਿਰ ਖਰਾਬ ਹੋਊਗੇ। ਤੇ ਬੰਦੇ ਨੂੰ ਕਈ ਵਾਰੀ ਲੱਗਦਾ ਕਿ ਮੇਰੇ ਬਿਆਨ ਬਹੁਤ ਵਧੀਆ ਹੋਏ ਆ, ਪਰ ਨਹੀਂ ਹੋਏ ਹੁੰਦੇ। ਏਦਾਂ ਵੀ ਚੀਜ਼ ਹੋ ਜਾਂਦੀ ਹੈ। ਜੀ ਨਹੀਂ, ਬਿਲਕੁਲ। ਸੋ ਇਹ ਦੇਖੋ, ਇਹ ਚੀਜ਼ਾਂ ਅਹਿਮ ਆ। ਜਿਹੜਾ ਇਨ ਕੋਰਟ ਜੋ ਕੁਛ ਹੁੰਦਾ ਆ, ਇਹ ਤੁਹਾਨੂੰ ਜਿਹੜਾ ਆਪਾਂ ਦੱਸ ਰਹੇ ਹਾਂ, ਇਹ ਨਾ ਸਮਝੋ ਵੀ 100% ਜਿਹੜੀ ਹੈ ਜੀ ਉਹ ਵਕੀਲ ਸਾਹਿਬ ਨੇ ਤਿਆਰੀ ਕਰਾ ਦੇਣੀ ਜਾਂ ਉਹਨਾਂ ਦੀ ਟੀਮ ਨੇ। ਉਹ ਤੁਹਾਡੀ ਉਹਦੇ 'ਤੇ ਹੀ ਹੈਲਪ ਕਰ ਸਕਦੇ, ਉਹੀ ਬਿਲਡਅਪ ਕਰ ਸਕਦੇ ਜਿੱਦਾਂ ਦੀ ਤੁਹਾਡੀ ਨੀਂਹ ਆ, ਜਿੰਨਾ ਤੁਹਾਨੂੰ ਆਉਂਦਾ ਆ ਉਹਨੂੰ ਉਹ ਤੁਹਾਨੂੰ ਸਟਰੋਂਗ ਵਧੀਆ ਢੰਗ ਦੇ ਨਾਲ ਪ੍ਰੈਜ਼ੈਂਟ ਕਰਨ ਦੇ ਵਿੱਚ ਉਹ ਮਦਦ ਕਰ ਸਕਦੇ ਆ। ਇਹ ਨਹੀਂ ਆ ਵੀ ਹਾਂ ਜੀ ਉਹ ਤੁਹਾਡੇ ਲਈ ਜਿਹੜੇ ਆ ਉਹ ਜਵਾਬ ਜਿਹੜੇ ਉਹ ਦੇਣਗੇ, ਅੱਛਾ ਜੀ ਇੱਦਾਂ ਕਰ ਦਿਓ, ਉੱਦਾਂ ਕਰ ਦਿਓ। ਸੋ ਜਿਹੜੀਆਂ ਚੀਜ਼ਾਂ ਕਹਿੰਦੇ ਗੌਰ ਦੇ ਨਾਲ ਸੁਣਿਆ ਕਰੋ। ਜਦੋਂ ਤੁਹਾਡੇ ਨਾਲ ਸੈਸ਼ਨ ਹੁੰਦਾ ਆ, ਇੱਕ ਤਾਂ ਟਾਈਮ 'ਤੇ ਪਹੁੰਚਿਆ ਕਰੋ ਅਤੇ ਟਾਈਮ 'ਤੇ ਪਹੁੰਚ ਕੇ ਤਿਆਰੀ ਜ਼ਰੂਰ ਕਰਿਆ ਕਰੋ। ਆਈ ਥਿੰਕ ਆਪਾਂ ਕਿੰਨੀ ਵਾਰੀ ਗੱਲ ਕੀਤੀ ਆ, ਬਟ ਆਈ ਥਿੰਕ ਇਹ ਕਰਦੇ ਹੀ ਰਹਿਣਾ ਪੈਣਾ ਆ। ਤੁਸੀਂ ਜ਼ਰੂਰ ਇਸ ਚੀਜ਼ ਉੱਤੇ ਵੀ ਫੋਕਸ ਕਰੋ ਵੀ ਆਪਣੇ ਕੇਸ ਦੇ ਬਾਰੇ, ਪੋਲੀਟੀਕਲ ਹਾਲਾਤਾਂ ਬਾਰੇ, ਕੀ ਹੋ ਰਿਹਾ ਆ ਇੱਥੇ, ਕੀ ਸਰਗਰਮੀਆਂ ਹੋ ਰਹੀਆਂ, ਕਿੱਥੇ ਤੁਸੀਂ ਆਏ ਗਏ, ਕਿੱਦਾਂ ਹੋਇਆ, ਕਿੱਥੇ ਤੁਸੀਂ ਕਿਸੇ ਨੂੰ ਮਦਦ ਕੀਤੀ, ਕਿੱਦਾਂ ਕੀਤੀ। ਥੋੜ੍ਹਾ ਇਹਦੇ 'ਤੇ ਵੀ ਫੋਕਸ ਕਰਕੇ ਥੋੜ੍ਹਾ ਦੱਸਿਓ ਅਟਾਰਨੀ ਟਿਰਕੈਣਾ ਜੀ, ਕੀ ਕਿਸੇ ਨੂੰ ਇਹਨਾਂ ਚੀਜ਼ਾਂ 'ਤੇ ਕੀ ਕਰਨਾ ਚਾਹੀਦਾ ਹੈ।
ਕਿਹੜੇ ਹਾਲਾਤ ਦੇ ਵਿੱਚ ਕਹਿੰਦੇ? ਵੀ ਜਿੱਦਾਂ ਹੁਣ ਵੀ ਇੱਥੇ ਕੀ ਕੁਝ ਹੋ ਰਿਹਾ ਆ, ਵੀ ਕੋਈ ਸਰਗਰਮੀ ਚੱਲ ਰਹੀ ਆ, ਕਿਤੇ ਕੋਈ ਧਰਨਾ ਹੋ ਰਿਹਾ, ਕਿਤੇ ਜਾ ਹਾਂਜੀ ਰਹੇ ਹਾਂਜੀ ਆ, ਕੋਈ ਬਿਲਕੁਲ ਕੋਈ ਉਹ ਸਾਰੀਆਂ ਚੀਜ਼ਾਂ ਦੇ ਬਾਰੇ। ਬਿਲਕੁਲ। ਹੁਣ ਬੰਦਾ ਜਦੋਂ ਬੈਠਾ ਉਹ ਕਹਿੰਦਾ ਮੈਂ ਐਕਟਿਵ ਬਹੁਤ ਹਾਂ, ਉਹਨੂੰ ਹੁਣ ਕਈ ਸਾਰੇ ਲੋਕੀ ਉਹ ਇੱਕ ਬੇਸਿਕ ਜਵਾਬ ਨਹੀਂ ਦੇ ਪਾਉਂਦੇ। ਇੱਕ ਅੱਛਾ ਚੱਲ ਤੂੰ ਗਤੀਵਿਧੀਆਂ ਕੀਤੀਆਂ, ਪਰ ਤੂੰ ਕਹਿੰਦਾ ਕਿ ਫਲਾਣੇ ਮੇਰੇ ਮਗਰ ਪੈ ਗਏ, ਪਰ ਉਹਨਾਂ ਨੂੰ ਕਿੱਦਾਂ ਪਤਾ ਤੂੰ ਗਤੀਵਿਧੀਆਂ ਕੀਤੀਆਂ? ਉਹ ਕਹਿੰਦਾ ਜੀ ਪਤਾ ਉਹਨਾਂ ਨੂੰ, ਬਸ ਪਤਾ। ਪਤਾ ਕਿੱਦਾਂ? ਮਤਲਬ ਕੀ ਕੀਤਾ ਤੂੰ? ਕੋਈ ਸੋਸ਼ਲ ਮੀਡੀਆ ਤੇ ਪੋਸਟਿੰਗ ਕੀਤੀ ਹੈ ਅੱਗੇ? ਔਰ ਪੋਸਟਿੰਗ ਤਾਂ ਉਹਨੇ ਜਦੋਂ ਜੱਜ ਨੇ ਕਹਿਣਾ ਉਹਨੇ ਕਹਿਣਾ ਪਰ ਪੋਸਟਾਂ ਤਾਂ ਤੂੰ ਕਿਸੇ ਹੋਰ ਦੀਆਂ ਸ਼ੇਅਰ ਕਰਨ ਦਿਆਂ। ਮੈਂ ਤੈਨੂੰ ਸਵਾਲ ਪੁੱਛਿਆ ਕਿ ਜਿਹੜੀ ਤੂੰ ਗਤੀਵਿਧੀ ਕੀਤੀ ਹੈ ਉਹਦੇ ਬਾਰੇ ਕਿੱਦਾਂ ਪਤਾ ਹੈ ਨਾ? ਤੇ ਉਹ ਜਿਹੜਾ ਹੁਣ ਸੋਸ਼ਲ ਮੀਡੀਆ ਰਾਹੀਂ ਪਤਾ ਕੀ ਚੀਜ਼ ਹੋਈ ਆ, ਸੋ ਬੰਦੇ ਨੂੰ ਜਿਹੜਾ ਸਵਾਲ ਦਾ ਜਵਾਬ ਪੂਰਾ ਦੇਣਾ ਪੈਣਾ।